ਸੰਖੇਪ ਰਚਨਾ ਨੂੰ ਅੰਗਰੇਜ਼ੀ ਵਿੱਚ ਪ੍ਰੈਸੀ ਆਖਦੇ ਹਨ। ਭਾਸ਼ਾ ਦੀ ਪੜ੍ਹਾਈ ਵਿੱਚ ਸੰਖੇਪ ਰਚਨਾ ਦਾ ਬੱਚਿਓ ਬਹੁਤ ਹੀ ਵਿਸ਼ੇਸ਼ ਥਾਂ ਹੈ। 10ਵੀਂ ਕਲਾਸ ਜਾਂ ਇਹ ਤੋਂ ਵੱਡੀਆਂ ਕਲਾਸਾਂ ਜਾਂ ਉਚੇਰੀਆਂ ਜਿਹੜੀਆਂ ਕਲਾਸਾਂ ਹੈ, ਇਹਨਾਂ ਜਮਾਤਾਂ ਦੇ ਵਿੱਚ ਬੇਟੇ ਲੇਖ ਰਚਨਾ ਜਾਂ ਕੋਈ ਹੋਰ ਗੰਭੀਰ ਅਭਿਆਸ ਕਰਨ ਦੇ ਲਈ ਸੰਖੇਪ ਰਚਨਾ ਜ਼ਰੂਰੀ ਹੈ। ਜੇ ਕੋਈ ਆਪਾਂ ਉਚੇਰੇ ਮੁਕਾਬਲੇ ਦੀ ਪ੍ਰੀਖਿਆਵਾਂ ਹੁੰਦੀਆਂ, ਉਹਦੇ ਵਿੱਚ ਲੇਖ ਰਚਨਾ ਅਤੇ ਸੰਖੇਪ ਰਚਨਾ ਜਿਹੜੀ ਆ ਪ੍ਰਸ਼ਨ ਅਕਸਰ ਹੀ ਹੁੰਦੇ ਹਨ। ਸੰਖੇਪ ਰਚਨਾ ਵਿੱਚ ਕੀ ਹੈ, ਵਿਦਿਆਰਥੀ ਦੀ ਭਾਸ਼ਾ ਦੀ ਸਮਰੱਥਾ ਨੂੰ ਚੰਗੀ ਤਰ੍ਹਾਂ ਪਰਖ ਹੁੰਦੀ ਹੈ। ਉਹ ਵਿਦਿਆਰਥੀ ਵਧੀਆ ਬੇਟੇ ਸੰਖੇਪ ਰਚਨਾ ਕਰ ਸਕਦਾ ਜਿਹਨੂੰ ਭਾਸ਼ਾ ਦੀ ਸਮਰੱਥਾ ਦਾ ਪਤਾ ਹੋਵੇ। ਪਹਿਲਾਂ ਜਿਸ ਰਚਨਾ ਵਿੱਚ ਸੰਖੇਪ ਕਰਨੀ ਹੁੰਦੀ ਹੈ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਠੀਕ ਤਰ੍ਹਾਂ ਗ੍ਰਹਿਣ ਕਰਨਾ, ਯਾਨੀ ਕਿ ਮਤਲਬ ਇਹਦਾ ਮਤਲਬ ਕੀ ਹੈ ਵੀ ਉਹਨੂੰ ਚੰਗੀ ਤਰ੍ਹਾਂ ਪੜ੍ਹੋ, ਉਹਦੇ ਅਰਥ ਸਮਝੋ, ਫਿਰ ਉਸ 'ਚ ਪ੍ਰਗਟਾਵੇ ਦੇ ਭਾਵ ਵਿਚਾਰਾਂ ਦੀ ਢੁਕਵੀਂ ਤਰਤੀਬ ਵਿੱਚ ਲਿਆਉਣਾ, ਬਾਅਦ ਵਿੱਚ ਉਹਨੂੰ ਜਿਹੜੇ ਆ ਆਪਦੇ ਸ਼ਬਦਾਂ ਦੇ ਵਿੱਚ ਲਿਖਣਾ, ਢੁਕਵੀਂ ਤਰਤੀਬ ਦੇ ਵਿੱਚ ਲੈਣਾ। ਇਸ ਤੋਂ ਉਪਰੰਤ ਰਚਨਾ ਦੇ ਵਿੱਚ ਕੀ ਬੇਟੇ ਸਰਲ ਹੋਣੀ ਚਾਹੀਦੀ ਭਾਸ਼ਾ, ਸਿੰਪਲ ਭਾਸ਼ਾ ਹੋਣੀ ਚਾਹੀਦੀ, ਸਪਸ਼ਟ ਹੋਣੀ ਚਾਹੀਦੀ ਹੈ, ਸੰਜਮ, ਜ਼ਿਆਦਾ ਖਿਲਾਰਾ ਨਹੀਂ ਪਾਉਣਾ। ਜੇ ਜ਼ਿਆਦਾ ਸ਼ਬਦ ਆ ਉਹਨੂੰ ਇੱਕ ਸ਼ਬਦ ਦੇ ਵਿੱਚ ਲਿਖਣਾ, ਮੁੜ ਲਿਖਣਾ ਹੁੰਦਾ ਹੈ। ਸੰਖੇਪ ਰਚਨਾ ਦਾ ਇੱਕ ਗੁਣ ਵਿਦਿਆਰਥੀ ਦੇ ਬਾਲਗ ਜੀਵਨ ਵਿੱਚ ਬਹੁਤ ਥਾਈਂ ਜਿਹੜੇ ਆ ਉਪਯੋਗ ਹੁੰਦਾ। ਬਾਲਗ ਮਤਲਬ ਕੀ ਹੁੰਦਾ, ਜਦੋਂ 18 ਸਾਲ ਤੋਂ ਉੱਪਰ ਹੋ ਜਾਂਦੇ ਆ ਉਦੋਂ ਜਿਹੜੇ ਆ ਸਮੇਂ ਦੀ ਘਾਟ ਹੋ ਜਾਂਦੀ ਆ, ਆਪਣੀ ਜਿਹੜੀ ਆ ਤੇਜ਼ ਗਤੀ ਦਾ ਯੁੱਗ ਅੱਜ ਕੇ ਲੰਮੀ ਗੱਲ ਕਰਨ ਦਾ ਕਿਸੇ ਕੋਲ ਸਮਾਂ ਨਹੀਂ ਹੁੰਦਾ। ਇਸ ਕਰਕੇ ਆਪਾਂ ਨੂੰ ਕੀ ਆ ਸੰਖੇਪ ਰਚਨਾ ਦੀ ਬਹੁਤ ਲੋੜ ਪੈਂਦੀ ਹੈ। ਹਰ ਕੋਈ ਸੰਖੇਪ ਵਿੱਚ ਗੱਲ ਕਰਕੇ ਉਹਦਾ ਅਰਥ ਸਮਝਣ ਦੀ ਕੋਸ਼ਿਸ਼ ਕਰਨਾ ਚਾਹੁੰਦਾ। ਬੇਟੇ ਮੈਂ ਉਦਾਹਰਨ ਦਿੰਦੀ ਹਾਂ, ਜਿਵੇਂ ਅਖਬਾਰ ਦੀ ਉਦਾਹਰਨ ਲੈ ਲਓ। ਅਖਬਾਰ ਦੇ ਵਿੱਚ ਪਹਿਲਾਂ ਕੀ ਹੁੰਦਾ ਬੇਟਾ, ਮੋਟੀਆਂ ਸੁਰਖੀਆਂ ਹੁੰਦੀਆਂ, ਫਿਰ ਸੁਰਖੀਆਂ ਦਾ ਮੋਟਾ ਵੇਰਵਾ ਹੁੰਦਾ, ਉਪਰੰਤ ਫਿਰ ਖਬਰਾਂ ਦੇ ਹੋਰ ਵੇਰਵੇ ਹੁੰਦੇ ਆ। ਭਾਵ ਕਿ ਵਕਤ ਨੂੰ ਤੰਗੀ ਵਾਲੇ ਪਾਠਕਾਂ ਦੇ ਲਈ, ਤੰਗੀ ਵਾਲੇ ਪਾਠਕਾਂ ਦਾ ਮਤਲਬ ਕਿ ਜਿਨ੍ਹਾਂ ਕੋਲ ਸਮਾਂ ਘੱਟ ਹੁੰਦਾ ਬੇਟੇ, ਉਹਨਾਂ ਦੇ ਲਈ ਉਹ ਕੀ ਪੜ੍ਹਦੇ ਆ, ਸੰਖੇਪ ਪੜ੍ਹਦੇ, ਮੋਟੀਆਂ ਖਬਰਾਂ ਪੜ੍ਹਦੇ ਆ। ਫਿਰ ਅੱਗੇ ਵੇਰਵੇ ਹੁੰਦੇ ਆ ਜਿਹੜੇ ਆ ਧਿਆਨਯੋਗ ਨੁਕਤੇ, ਜਿਹੜੇ ਗੂੜ੍ਹੇ ਸ਼ਬਦ ਦਿੱਤੇ ਜਾਂਦੇ, ਯਾਨੀ ਕਿ ਜਿਵੇਂ ਕਾਲੀ ਸ਼ਾਹੀ ਗੂੜ੍ਹੀ ਕਰਕੇ ਦਿੱਤੇ, ਦੂਜੀ ਫਿੱਕੀ ਦੇ ਨਾਲ ਲਿਖੇ ਹੁੰਦੇ ਆ। ਹੋਰ ਧਿਆਨ ਨਾਲ ਵੇਖੀਏ ਤਾਂ ਸਮਾਚਾਰ ਮਸਾਂ ਚੱਪਾ ਕੁ ਅਖਬਾਰ ਵਿੱਚ ਮਿਲਦਾ, ਯਾਨੀ ਕਿ ਵਿਸਥਾਰ ਸਮਾਚਾਰ ਨੂੰ ਸੰਖੇਪ ਰੂਪ ਵਿੱਚ ਲਿਖਣਾ। ਹੁਣ ਇਸ ਤੋਂ ਬੇਟੇ ਹੋਰ ਇੱਕ ਉਦਾਹਰਨ ਆ, ਦਫ਼ਤਰਾਂ ਦੇ ਵਿੱਚ ਜਿਵੇਂ ਹਰ ਫਾਈਲ ਹੁੰਦੀ ਹੈ ਜਿਹੜੀ ਕਿਸੇ ਵੀ ਕੇਸ ਦੇ ਜਿਹੜੇ ਆ ਅਨੇਕਾਂ ਵੇਰਵੇ ਹੁੰਦੇ ਆ। ਜਿਹੜੇ ਉੱਚ ਅਧਿਕਾਰੀਆਂ ਕੋਲ ਕੰਮ ਬਹੁਤ ਹੁੰਦਾ, ਉਹਨਾਂ ਵੇਰਵਿਆਂ ਦੇ ਲਈ ਪਹਿਲਾਂ ਸੰਖੇਪ ਦੇ ਵਿੱਚ ਲਿਖਿਆ ਜਾਂਦਾ, ਉੱਪਰ ਰੂਪ ਰੇਖਾ ਤਿਆਰ ਕੀਤੀ ਜਾਂਦੀ। ਉਹਨੂੰ ਪੜ੍ਹ ਕੇ ਉਹ ਕੀ ਕਰਦੇ ਆ, ਉਹਦੀ ਜਿਹੜੀ ਆ ਅੱਗੇ ਤੋਰਨ ਦੇ ਲਈ ਉਹਨੂੰ ਸੰਖੇਪ ਰਚਨਾ ਨੂੰ ਹੀ ਸੰਖੇਪ ਰੂਪ ਨੂੰ ਉਹਦਾ ਪੜ੍ਹਦੇ ਆ। ਵੱਡੀਆਂ ਕਾਰੋਬਾਰੀ ਮੀਟਿੰਗਾਂ ਕਾਨਫਰੰਸਾਂ ਦੇ ਵਿੱਚ ਵੀ ਸੰਖੇਪ ਰੂਪ ਵਿੱਚ ਪੇਸ਼ ਕੀਤਾ ਜਾਂਦਾ। ਭਾਗ ਲੈਣ ਵਾਲੇ ਮੈਂਬਰ ਉਹਨਾਂ ਨੂੰ ਇੱਕ ਝਾਤ ਵਿੱਚ ਪੜ੍ਹ ਲੈਂਦੇ ਆ। ਯਾਨੀ ਕਿ ਆ ਅੱਜ ਕੱਲ੍ਹ ਜਿਵੇਂ ਸਿਨੇਮਾ ਘਰਾਂ, ਟੀਵੀਆਂ ਦੇ ਉੱਤੇ ਵਿਖਾਈਆਂ ਜਾਣ ਵਾਲੀਆਂ ਫਿਲਮਾਂ, ਅਖਬਾਰਾਂ ਵੀ ਜਿਹੜੀਆਂ ਸੰਖੇਪ ਦੇ ਵਿੱਚ ਹੁੰਦੀਆਂ। ਇਹ ਤਾਂ ਬੇਟੇ ਸੰਖੇਪ ਰਚਨਾ ਸੀ। ਸੰਖੇਪ ਰਚਨਾ ਜਦੋਂ ਆਪਾਂ ਕਰਨੀ ਆ, ਉਹਦੇ ਕੀ ਜ਼ਰੂਰੀ ਨੁਕਤੇ ਹੋਣੇ ਚਾਹੀਦੇ ਆ, ਕਿਹੜੇ ਜ਼ਰੂਰੀ ਨੁਕਤੇ ਹੋਣੇ ਚਾਹੀਦੇ ਆ ਸੰਖੇਪ ਰਚਨਾ ਦੇ। ਪ੍ਰੀਖਿਆ ਵਿੱਚ ਆਉਣ ਦੇ ਲਈ ਜਿਹੜੇ ਆ ਸੰਖੇਪ ਰਚਨਾ ਦੇ ਲਈ ਸਾਰਿਆਂ ਤੋਂ ਪਹਿਲਾਂ ਬੇਟੇ ਪਹਿਲਾ ਨੁਕਤਾ ਕੀ ਹੈ ਬੇਟੇ, ਸੰਖੇਪ ਰਚਨਾ ਕਰਨ ਦੇ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਯਾਨੀ ਕਿ ਜ਼ਰੂਰੀ ਨੁਕਤੇ ਕੀ ਹੁੰਦੇ ਆ। ਪਹਿਲਾਂ ਕੀ, ਪ੍ਰੀਖਿਆ ਵਿੱਚ ਸੰਖੇਪ ਰਚਨਾ ਦੇ ਵਿੱਚ ਪ੍ਰਸ਼ਨ ਦਿੱਤੀ ਜਿਹੜੀ ਸਾਨੂੰ ਪਹਿਰਾ ਦਿੱਤਾ ਜਾਂਦਾ ਬੇਟੇ, ਪ੍ਰਸ਼ਨ ਉਹਨੂੰ ਕਹਿੰਦੇ ਆ, ਪਹਿਰਾ ਦਿੱਤਾ ਜਾਂਦਾ ਜਿਹੜਾ, ਉਹਦਾ ਲਗਭਗ 1/3 ਭਾਗ ਜਿਹੜਾ ਆਪਾਂ ਕਰਨਾ ਹੁੰਦਾ। ਭਾਵ ਕਿ ਜੇ ਪ੍ਰਸ਼ਨ ਦਾ ਪਹਿਰਾ ਵਿੱਚ 180 ਸ਼ਬਦ ਗਿਣ ਲੈਂਦੇ ਬੱਚੇ, ਇਸ ਦੀ ਸੰਖੇਪ ਰਚਨਾ ਕਿੰਨੀ ਹੋਊਗੀ, 60 ਸ਼ਬਦ ਹੋਣਗੇ, ਲਗਭਗ 1/3 ਭਾਗ। ਇਹਦੇ ਮਤਲਬ ਇਹ ਨਹੀਂ 60 ਹੀ ਹੋਣਗੇ, ਕਈ ਵਾਰ 60 ਤੋਂ 2 ਘੱਟ ਵੀ ਹੋ ਸਕਦੇ ਆ, ਵੱਧ ਵੀ ਹੋ ਸਕਦੇ ਆ। ਇਸ ਲਈ ਸੰਖੇਪ ਰਚਨਾ ਕਰਨ ਦੇ ਲਈ ਪਹਿਲਾਂ ਦਿੱਤੀ ਗਈ ਰਚਨਾ ਦੇ ਸ਼ਬਦਾਂ ਦੀ ਗਿਣਤੀ ਕੀਤੀ ਜਾਵੇ, ਫਿਰ ਕੀ ਆ ਉਹਦੀ ਸੰਖੇਪ ਰਚਨਾ ਨੂੰ ਗਿਣਿਆ ਜਾਵੇ। ਕਹਿੰਦੇ ਇਹਦਾ ਭਾਵ ਇਹ ਨਹੀਂ ਕਿ
ਪੂਰੇ ਹੀ 160 ਹੋਣ, ਤੁਹਾਨੂੰ ਕਿਹਾ ਇਹਦੇ 'ਚ ਥੋੜ੍ਹੀ ਘਣੀ ਬਾਤ ਘਾਟ ਹੋ ਸਕਦੀ ਹੈ। ਸੰਖੇਪ ਰਚਨਾ ਦਾ ਇਹ ਭਾਵ ਨਹੀਂ ਕਿ ਉਹਦੇ ਵਿੱਚੋਂ ਲਾਈਨਾਂ ਕੱਟ ਦਿੱਤੀਆਂ ਜਾਣ, ਅਰਥ ਉਵੇਂ ਰਵੇ, ਗੱਲ ਨੂੰ ਵੱਡੀ ਗੱਲ ਨੂੰ ਛੋਟਾ ਕਰਕੇ ਲਿਖਣਾ ਹੁੰਦਾ। ਅੱਗੇ ਪਹਿਲਾ ਗੁਰ ਕੀ ਆ ਸੰਖੇਪ ਰਚਨਾ ਦਾ। ਵਿਦਿਆਰਥੀ ਨੂੰ ਜਦੋਂ ਛੋਟੀਆਂ ਕਲਾਸਾਂ ਹੁੰਦੀਆਂ ਬੇਟੇ ਬਹੁਤੇ ਸ਼ਬਦਾਂ ਦੀ ਥਾਂ 'ਤੇ ਇੱਕ ਸ਼ਬਦ ਕਰਾਇਆ ਜਾਂਦਾ। ਕਹਿੰਦਾ ਸੰਖੇਪ ਰਚਨਾ ਦੇ ਵਿੱਚ ਬੜਾ ਕੰਮ ਆਉਂਦਾ। ਇਹਦੇ ਨਾਲ ਸੰਖੇਪ ਰਚਨਾ ਦੇ ਵਿੱਚ ਫਲਾਅ ਨੂੰ ਘਟਾਇਆ ਜਾਂਦਾ। ਜਿਵੇਂ ਉਦਾਹਰਨ ਦਿੰਦੇ ਹਾਂ, ਸੁੰਦਰ ਦਾ ਅਜੇ ਤੱਕ ਵਿਆਹ ਨਹੀਂ ਹੋਇਆ। ਵੇਖੋ ਕਿੰਨੇ ਸ਼ਬਦ ਆ ਇਹ, ਗਿਣ ਕੇ ਦੇਖੋ, 1 2 3 4 5 6 7 8 ਸ਼ਬਦ ਆ। ਹੁਣ ਆਪਾਂ ਜੇ ਬਹੁਤੇ ਸ਼ਬਦਾਂ ਥਾਂ 'ਤੇ ਇੱਕ ਸ਼ਬਦ ਲਿਖ ਦਈਏ ਵੀ ਸੁੰਦਰ ਅਜੇ ਕੁਆਰਾ ਸੀ, ਵਿਆਹਿਆ ਨਹੀਂ ਸੀ, ਹੁਣ ਕਿੰਨੇ ਸ਼ਬਦ ਬਣ ਗਏ? 4 ਸ਼ਬਦ। 4 ਸ਼ਬਦ ਕੀ ਗਏ? ਘੱਟ ਗਏ। ਅਰਥ ਉਹਦਾ ਕੀ ਆ? ਉਹੀ ਆ। ਜਿਵੇਂ ਦੂਜੇ ਹੋਰ ਉਦਾਹਰਨ ਦਿੰਦੇ ਹਾਂ, ਜਿਵੇਂ ਸਾਰਾ ਅਸਮਾਨ ਜਿਹੜਾ ਬੱਦਲਾਂ ਨਾਲ ਭਰਿਆ ਪਿਆ ਹੈ, ਬਟ ਇਹਦਾ ਕੀ ਆ? 7 ਸ਼ਬਦ ਆ। ਤੁਸੀਂ ਇੰਨੇ ਕਹਿ ਸਕਦੇ ਵੀ ਬੱਦਲ ਵਾਲੀ ਹੋਈ ਬੱਦਲ ਵਾਲੀ ਹੋਈ ਪਈ ਹੈ, ਪਈ ਸੀ ਜਾਂ ਪਈ ਹੈ, ਇਹਦੇ 4 ਸ਼ਬਦ ਹੀ ਬਣਦੇ ਆ। ਅੱਗੇ ਕੀ ਆ? ਜਿਵੇਂ ਮੈਂ ਤੇਰੀ ਬਹੁਤ ਹੀ ਉਡੀਕ ਕੀਤੀ, ਕਿ ਕਦੇ ਇੱਧਰ ਕਦੇ ਉੱਧਰ ਤੇਰਾ ਰਾਹ ਅੱਡੀਆਂ ਚੁੱਕ ਚੁੱਕ ਕੇ ਦੇਖਦਾ ਰਿਹਾ। ਇਹਦਾ ਬੇਟੇ ਕੀ ਆ ਵੀ ਜਾਣੀ ਕਿ ਇਹਦੇ 17 ਸ਼ਬਦ ਆ। ਜੇ ਆਪਾਂ ਇਹਨੂੰ ਥੋੜ੍ਹੇ ਸ਼ਬਦਾਂ 'ਚ ਲਿਖਣਾ, ਮੈਂ ਤੇਰੀ ਬੇਸਬਰੀ ਦੇ ਨਾਲ ਉਡੀਕ ਕੀਤੀ, 6 ਸ਼ਬਦ ਹੀ ਬਣਦੇ ਆ। ਇਸ ਤਰ੍ਹਾਂ ਉਹਦਾ ਅਰਥ ਤਾਂ ਨਹੀਂ ਨਾ, ਜਿਹੜੀ ਇਹ ਲਾਈਨ ਦਾ ਅਰਥ ਨਹੀਂ ਬਦਲਿਆ, ਪਰ ਉਹਦੇ ਸ਼ਬਦ ਕੀ ਗਏ? ਘੱਟ ਗਏ। ਇਹਨੂੰ ਸੰਖੇਪ ਕਰਤਾ। ਇਸ ਤਰ੍ਹਾਂ ਤੁਸੀਂ ਲਿਖਣਾ। ਦੂਜਾ ਗੁਰ ਕੀ ਇਹਦਾ? ਦੂਜਾ ਗੁਰ ਜੇ ਜ਼ਰੂਰਤ ਮਹਿਸੂਸ ਹੋਵੇ ਤਾਂ ਕਹਿੰਦੇ ਆ ਮੁਹਾਵਰਾ ਵੀ ਵਰਤ ਸਕਦੇ ਅਸੀਂ, ਅਖੌਤ ਵੀ ਵਰਤ ਸਕਦੇ ਹਾਂ। ਇਹਦੇ ਨਾਲ ਕੀ ਆ? ਸੰਜਮਤਾ ਵੱਡਾ ਗੁਣ ਆ। ਜਿਵੇਂ ਸੰਤੋਖ ਨੂੰ ਕੋਈ ਪੁੱਛਦਾ ਨਹੀਂ, ਉਸ ਦੀ ਕਈ ਕਿਸੇ ਗੱਲ ਦੇ ਵੱਲ ਕੋਈ ਧਿਆਨ ਨਹੀਂ ਦਿੰਦਾ। ਜਾਣੀ ਕਿ ਜੇ ਆਪਾਂ ਇਹਦਾ ਮੁਹਾਵਰਾ ਵਰਤਣਾ ਹੋਵੇ, ਸੰਤੋਖ ਨਾ ਤਿੰਨਾਂ ਵਿੱਚੋਂ ਨਾ 13 ਵਿੱਚੋਂ, ਇਹ ਵਰਤ ਸਕਦੇ ਆਪਾਂ। ਜਿਹੜੇ ਬੱਚਿਆਂ ਨੂੰ ਨੌਲੇਜ ਆ ਉਹ ਵਰਤ ਸਕਦੇ ਆ। ਜਿਵੇਂ ਮੇਰਾ ਗਿਆਨ ਬਹੁਤ ਥੋੜ੍ਹਾ ਹੈ, ਬਾਹਰਲੀ ਦੁਨੀਆ ਦੀ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ, ਬਸ ਇੱਥੇ ਹੀ ਰਹਿੰਦਾ ਹਾਂ, ਮੈਂ ਤਾਂ ਖੂਹ ਦਾ ਡੱਡੂ ਹਾਂ। ਇਹ ਇੰਨਾ ਹੀ ਹੈ ਸ਼ਬਦ। ਇਹ ਕੀ ਆ ਬੇਟੇ? ਮੁਹਾਵਰਾ, ਮੈਂ ਤਾਂ ਖੂਹ ਦਾ ਡੱਡੂ ਹਾਂ। ਇਹ ਜਿਹੜੀ ਆ, ਇਸ ਤਰ੍ਹਾਂ ਤੁਸੀਂ ਕੀ ਆ ਮੁਹਾਵਰੇ ਵਰਤ ਕੇ, ਵਾਕ ਵਰਤ ਕੇ, ਅਖੌਤਾਂ ਵਰਤ ਕੇ ਵੀ ਬਹੁਤੇ ਸ਼ਬਦਾਂ ਨੂੰ ਇੱਕ ਥਾਂ 'ਤੇ ਵਰਤ ਸਕਦੇ ਹਾਂ। ਆਪਦੇ ਸ਼ਬਦ ਭੰਡਾਰ 'ਚ ਵਾਧਾ ਕਰਕੇ ਜਿਹੜੇ ਆ ਕਰ ਸਕਦੇ ਹਾਂ। ਤੀਜਾ ਗੁਰ ਕੀ ਆ? ਜਿਵੇਂ ਕੋਈ ਬੇਟੇ ਕਿਸੇ ਦੇ ਸਜਾਵਟ ਦੇ ਲਈ ਕੋਈ ਚੀਜ਼ ਵਰਤੀ ਜਾਂਦੀ ਆ। ਜਿਵੇਂ ਉਹਦਾ ਮੱਥਾ ਸੂਰਜ ਵਾਂਗ ਚਮਕਦਾ ਸੀ, ਚਿਹਰਾ ਇਸ ਤਰ੍ਹਾਂ ਸੀ ਜਿਵੇਂ ਬੱਦਲਾਂ ਦੇ ਵੱਲੋਂ ਚੰਦਰਮਾ ਨਿਕਲਦਾ ਹੋਵੇ। ਇਹ ਵੀ ਕਿਹਾ ਜਾਂਦਾ ਸੀ ਕਿ ਉਸਦੇ ਚਿਹਰੇ 'ਤੇ ਬਾਲਾਂ ਵਰਗੀ ਮਾਸੂਮੀਅਤ ਸੀ। ਹੁਣ ਕਿ ਬੇਟੇ ਇਹਦੇ 32 ਸ਼ਬਦ ਆ। ਹੁਣ ਆਪਾਂ ਕੀ ਕਹਾਂਗੇ? ਉਸਦਾ ਚਿਹਰੇ 'ਤੇ ਤੇਜ, ਸੂਰਜ ਵਾਂਗ ਚਮਕਦੇ ਦਾ ਮਤਲਬ ਕੀ ਹੋ ਗਿਆ? ਤੇਜ। ਸੁਹੱਪਣ ਜਿਵੇਂ ਕਿ ਬੱਦਲਾਂ ਦੇ ਵਿੱਚ ਚੰਦਰਮਾ ਸੀ, ਠੀਕ ਆ। ਬਾਲਾਂ ਵਰਗੀ ਮਾਸੂਮੀਅਤ ਦਾ ਮਤਲਬ ਕੀ ਹੈ? ਮਾਸੂਮੀਅਤ ਝਲਕਦੀ ਸੀ। ਉਸਦੇ ਚਿਹਰੇ 'ਤੇ ਤੇਜ, ਸੁਹੱਪਣ ਅਤੇ ਮਾਸੂਮੀਅਤ ਝਲਕਦੀ ਸੀ। ਇਹ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਵਰਤ ਕੇ ਅਸੀਂ ਜਿਹੜੇ ਆ ਸੰਖੇਪ ਰਚਨਾ ਕਰ ਸਕਦੇ ਹਾਂ। ਜਿਵੇਂ ਰਾਤੀ ਉਹ ਝੱਖੜ ਝੁੱਲਿਆ, ਮਾਣੋ ਦਰੱਖਤਾਂ ਦੇ ਜੜ੍ਹਾਂ ਉਖਾੜ ਦਿੱਤੀਆਂ, ਘਰ ਦੀਆਂ ਛੱਤਾਂ ਉਡਾ ਕੇ ਲੈ ਗਿਆ, ਦਰਵਾਜ਼ੇ ਖਿੜਕੀਆਂ ਨੂੰ ਚੂਰ ਚੂਰ ਕਰ ਦਿੱਤਾ। ਇਹਦਾ ਸਾਰੀ ਰਾਤ ਜ਼ਬਰਦਸਤ ਝੱਖੜ ਝੁੱਲਿਆ। ਇਹ ਜਿਹੜੀ ਆ ਇਸ ਤਰ੍ਹਾਂ ਅਸੀਂ ਬੇਟੇ 27 ਸ਼ਬਦ ਸੀ, 27 ਸ਼ਬਦਾਂ ਥਾਂ 'ਤੇ 4 ਸ਼ਬਦ ਹੀ ਵਰਤੇ ਆ, ਅਤੇ ਸਾਰੇ ਜਿਹੜਾ ਪਹਿਰੇ ਦਾ ਅਰਥ ਜਿਹੜਾ ਉਹ ਨਿਕਲ ਗਿਆ। ਚੌਥਾ ਗੁਰ ਕੀ ਆ? ਚੌਥੀ ਨੁਕਤਾ ਕੀ ਆ? ਜਿਵੇਂ ਹੈਗਾ ਕਿਸੇ ਨੇ ਵਾਰੀ ਵਾਰੀ ਕੋਈ ਵਰਡ ਕਹਿੰਦਾ, ਦੁਹਰਾਉਂਦਾ, ਉਹਨੂੰ ਕੀ ਆ ਤੁਸੀਂ ਕੀ ਆ ਸੰਖੇਪ ਕਰਕੇ ਲਿਖਣਾ। ਜਿਵੇਂ ਵਿਦਿਆਰਥੀ ਨੇ ਸੁਪਰਵਾਈਜ਼ਰ ਨੂੰ ਕਿਹਾ, ਜੀ 2 ਵਾਰੀ ਕਹਿਤਾ ਨਾ, ਇਹ ਕਾਗਜ਼ ਗਲਤੀ ਨਾਲ ਮੇਰੀ ਜੇਬ ਵਿੱਚ ਰਹਿ ਗਿਆ, ਮੈਂ ਇਹਨਾਂ ਤੋਂ ਕੋਈ ਨਕਲ ਨਹੀਂ ਕੀਤੀ, ਤੁਸੀਂ ਮੈਨੂੰ ਐਤਕੀ ਮਾਫ਼ ਕਰ ਦਿਓ, ਮੈਂ ਤੁਹਾਡੇ ਅੱਗੇ ਹੱਥ ਜੋੜਦਾ ਹਾਂ, ਮੇਰਾ ਸਾਲ ਖਰਾਬ ਹੋ ਜਾਵੇਗਾ, ਮੇਰੇ ਨਕਲ ਮਾਰਨ ਦਾ ਕੇਸ ਨਾ ਬਣਾਉਣਾ ਜੀ। ਉਹਨੇ ਮਿਹਨਤ ਕੀਤੀ ਆ। ਇਹਦੇ ਵਿੱਚ ਵਿਦਿਆਰਥੀ ਨੇ
ਦੂਜੇ ਪਾਸੇ ਜੇ ਅਸੀਂ ਆਪਾਂ ਨੂੰ ਥੋੜ੍ਹੇ ਸ਼ਬਦਾਂ 'ਚ ਕਹਿਣਾ ਕੀ ਆ, ਵਿਦਿਆਰਥੀ ਨੇ ਸੁਪਰਵਾਈਜ਼ਰ ਕੋਲ ਗਿੜਗਿੜਾਉਂਦੇ ਹੋਏ ਕਾਗਜ਼ ਲਿਆਉਣ ਦੇ ਲਈ ਖਿਮਾ ਮੰਗੀ। ਇਹ 11 ਸ਼ਬਦਾਂ 'ਚ ਆ, ਉੱਧਰ 49 ਸ਼ਬਦ ਆ। ਗਿੜਗਿੜਾਉਂਦੇ ਹੋਏ, ਗਿੜਗਿੜਾਉਂਦੇ ਦਾ ਮਤਲਬ ਇਹੀ ਆ ਵੀ ਉਹਨੇ ਜਿਹੜੇ ਮਿੰਨਤਾਂ ਕਰਦੇ ਹੋਏ। ਜੇ ਤੁਹਾਨੂੰ ਗਿੜਗਿੜਾਉਂਦੇ ਨਹੀਂ ਵੀ ਲੱਗਦਾ, ਇੱਥੇ ਇੰਨਾ ਵੀ ਲਿਖ ਦਿਓ, ਵਿਦਿਆਰਥੀ ਨੇ ਸੁਪਰਵਾਈਜ਼ਰ ਕੋਲ ਮਿੰਨਤਾਂ ਕਰਦੇ ਹੋਏ ਕਾਗਜ਼ ਲਿਆਉਣ ਦੇ ਲਈ ਖਿਮਾ ਮੰਗੀ। ਥੋੜ੍ਹੇ ਸ਼ਬਦ ਹੋ ਗਏ। ਪੰਜਵਾਂ ਗੁਰ ਕੀ ਆ, ਜਿਵੇਂ ਕੋਈ ਵਾਧੂ ਦੁਹਰਾ ਛੱਡਦੇ, ਜਿਵੇਂ ਕੋਈ ਨੇਤਾ ਜਿਵੇਂ ਵੋਟਾਂ ਮੰਗਦੇ ਆ, ਉਹ ਕਹਿੰਦੇ ਵੀਰੋ ਅਤੇ ਭੈਣੋ ਤੁਸੀਂ ਸਿਆਣੇ ਹੋ, ਸਮਝਦਾਰ ਹੋ, ਪੜ੍ਹੇ ਲਿਖੇ ਹੋ, ਸਭ ਕੁਝ ਜਾਣਦੇ ਹੋ। ਇਹ ਸਾਰਾ ਕੁਛ ਉਹਨੇ ਉਹਨਾਂ ਦੇ ਉਹਨੂੰ ਕੀ ਖੁਸ਼ ਕਰਨ ਦੇ ਲਈ ਕਿਹਾ, ਪ੍ਰਸ਼ੰਸਾ ਕੀਤੀ ਆ। ਤੁਹਾਨੂੰ ਅਪੀਲ ਨਹੀਂ ਕਰਨੀ, ਕੋਈ ਜ਼ੋਰ ਨਹੀਂ ਪਾਉਣਾ, ਮੁੜ ਨਹੀਂ ਕਹਿਣਾ, ਬਸ ਇਹੋ ਹੀ ਕਹਿਣਾ ਕਿ ਮੈਂ ਤੁਹਾਡਾ ਆਪਦਾ ਹਾਂ, ਤੁਸੀਂ ਮੈਨੂੰ ਵੋਟ ਦਿਓ। ਇਹਦੇ ਵਿੱਚ ਬੇਟੇ 45 ਸ਼ਬਦ ਆ। ਅਤੇ ਕੀ ਹੈ, ਨੇਤਾ ਨੇ ਵੋਟਰਾਂ ਦੀ ਵਡਿਆਈ ਕੀਤੀ ਜਾਂ ਪ੍ਰਸ਼ੰਸਾ ਕੀਤੀ, ਸਮਝ ਕੇ ਉਹਨਾਂ ਤੋਂ ਆਪਣੀਆਂ ਵੋਟਾਂ ਮੰਗੀਆਂ। ਇਸ ਤਰ੍ਹਾਂ ਸੰਖੇਪ ਰਚਨਾ ਤੁਸੀਂ ਕਰ ਸਕਦੇ ਆ ਬੇਟੇ। ਹੁਣ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਤਾ। ਹੁਣ ਅਭਿਆਸ ਦੇ ਲਈ ਤੁਹਾਨੂੰ ਸੰਖੇਪ ਰਚਨਾ ਮੈਂ ਦੇ ਰਹੀ ਹਾਂ। ਉਹਦੇ ਪਹਿਲਾ ਸ਼ਬਦ ਤੁਸੀਂ ਬੇਟੇ ਸ਼ਬਦ ਗਿਣਨੇ ਆ, ਫਿਰ ਉਹਦੇ ਵਿੱਚੋਂ ਕੀ ਆ ਆਪਦੇ ਸ਼ਬਦਾਂ ਦੇ ਵਿੱਚ ਲਿਖਣਾ ਹੈ। ਉਦਾਹਰਨ ਆਹ ਜਿਹੜੀ ਸੰਖੇਪ ਰਚਨਾ ਪਹਿਲੀ ਕਰਨੀ ਹੈ ਤੁਸੀਂ।